ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ CDP ਦਾ ਇੱਕ ਟੌਪਿਕ ਕਰਾਂਗੇ, ਟੀਚਿੰਗ ਮੈਥਡਸ ਆਫ ਲਰਨਿੰਗ। ਇਸ ਵੀਡੀਓ ਦੇ ਵਿੱਚ ਆਪਾਂ 19 ਤੋਂ ਲੈ ਕੇ 20 ਜਿਹੜੇ ਟੀਚਿੰਗ ਮੈਥਡਸ ਨੇ, ਜਿਹੜੇ ਯੂਜ਼ ਹੁੰਦੇ ਨੇ, ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ। ਮਾੜੀ ਇਨਫੋਰਮੇਸ਼ਨ ਆਪਾਂ ਇਹਦੇ ਵਿੱਚ ਮੈਂ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗਾ, ਕਿਉਂਕਿ ਬਹੁਤ ਜ਼ਿਆਦਾ ਡੀਪਲੀ ਇਹਦੇ ਵਿੱਚੋਂ ਨਹੀਂ ਪੁੱਛਿਆ ਜਾਂਦਾ, ਠੀਕ ਹੈ। ਅਤੇ ਬਸ ਕਈ ਵਾਰ ਇਹ ਪੁੱਛ ਲਿਆ ਜਾਂਦਾ ਕਿ ਮੈਥਡ ਕਿਸ ਨੇ ਜਿਹੜਾ ਇਜਾਦ ਕੀਤਾ ਸੀ, ਡਿਸਕਵਰ ਕਿਸ ਨੇ ਕੀਤਾ ਸੀ। ਸੋ ਆਪਾਂ ਉਹੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਅਤੇ ਬਹੁਤ ਜਲਦੀ ਆਪਾਂ ਇਸ ਵੀਡੀਓ ਨੂੰ ਜਿਹੜਾ ਖ਼ਤਮ ਕਰਾਂਗੇ। ਬਹੁਤ ਜ਼ਿਆਦਾ ਵੱਡੀ ਵੀਡੀਓ ਨਹੀਂ ਹੋਵੇਗੀ, ਠੀਕ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਇਸ ਚੈਨਲ 'ਤੇ ਨਵੇਂ ਆਏ ਨੇ, ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀਡੀਓ ਮੈਂ ਅਪਲੋਡ ਕਰਾਂ, ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ, ਠੀਕ ਹੈ ਜੀ। ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬਿਨਾਂ ਕਿਸੇ ਦੇਰੀ ਕੀਤੇ। ਦੇਖੋ ਇਹਦੇ ਵਿੱਚ ਸਾਡਾ ਸਭ ਤੋਂ ਪਹਿਲਾ ਮੈਥਡ ਆਉਂਦਾ ਆ, ਠੀਕ ਹੈ, ਅਤੇ ਉਹ ਹੈਗਾ ਆ ਜੀ ਸਟੋਰੀ ਟੈਲਿੰਗ ਮੈਥਡ, ਠੀਕ ਹੈ। ਸਟੋਰੀ ਟੈਲਿੰਗ ਮੈਥਡ ਪਹਿਲਾ ਸਭ ਤੋਂ ਆਉਂਦਾ ਆ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਟੂ ਡਿਵੈਲਪਮੈਂਟ, ਫੋਕਸ ਐਂਡ ਕੰਸਨਟ੍ਰੇਸ਼ਨ, ਠੀਕ ਹੈ। ਇਹਦੇ ਵਿੱਚ ਮੇਨ ਜਿਹੜਾ ਮਕਸਦ ਹੁੰਦਾ ਉਹ ਇਹ ਹੁੰਦਾ ਕਿ ਬੱਚਿਆਂ ਨੂੰ ਮਤਲਬ ਕੌਨਸਨਟ੍ਰੇਸ਼ਨ ਦੇ ਨਾਲ ਪੜ੍ਹਾਉਣਾ, ਬੱਚੇ ਵੀ ਕੌਨਸਨਟਰੇਟ ਕਰ ਸਕਣ, ਫੋਕਸ ਕਰ ਸਕਣ। ਕਿਉਂਕਿ ਕਈ ਵਾਰ ਟੀਚਰ ਜਦੋਂ ਬੱਚਿਆਂ ਨੂੰ ਪੜ੍ਹਾਉਂਦਾ ਹੈ ਨਾ, ਅਤੇ ਸਿੱਧਾ ਅਗਰ ਲੈਕਚਰ ਸ਼ੁਰੂ ਕਰ ਦੇਵੇ ਤਾਂ ਬੱਚੇ ਬੋਰ ਹੋ ਜਾਂਦੇ ਆ। ਸਟੋਰੀ ਟੈਲਿੰਗ ਮੈਥਡ ਦੇ ਨਾਲ ਬੱਚਿਆਂ ਦਾ ਅਸੀਂ ਫੋਕਸ ਜਿਹੜਾ ਉਹ ਬਣਾ ਸਕਦੇ ਹਾਂ, ਬੱਚਿਆਂ ਦਾ ਜਿਹੜਾ ਇੰਟਰਸਟ ਆ ਅਸੀਂ ਉਸ ਨੂੰ ਜਿਹੜਾ ਬਰਕਰਾਰ ਜਿਹੜਾ ਰੱਖ ਸਕਦੇ ਹਾਂ। ਕਿਹੜੇ ਮੈਥਡ ਦੇ ਨਾਲ? ਸਟੋਰੀ ਟੈਲਿੰਗ ਮੈਥਡ ਦੇ ਨਾਲ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਜੀ ਟੈਕਸਟ ਬੁੱਕ ਮੈਥਡ। ਇਹਦੇ ਵਿੱਚ ਕੀ ਹੁੰਦਾ ਕਿ ਬੁੱਕ ਇਜ਼ ਮੇਡ ਔਨ ਦਾ ਬੇਸਿਸ ਆਫ ਸਾਈਕੋਲੋਜੀਕਲ ਸੀਕੁਐਂਸ। ਇਹਦੇ ਵਿੱਚ ਜਿਹੜਾ ਟੈਕਸਟ ਬੁੱਕ ਮੈਥਡ ਹੈ ਨਾ, ਦੇਖੋ ਬੁੱਕ ਦੇ ਵਿੱਚ ਜਿਵੇਂ ਆਪਾਂ NCERT ਦੀਆਂ ਬੁੱਕਸ ਪੜ੍ਹਦੇ ਹਾਂ ਨਾ, ਇਹਦੀ ਪੂਰੇ ਇੱਕ ਸਾਈਕੋਲੋਜੀਕਲ ਸੀਕੁਐਂਸ ਦੇ ਵਿੱਚ ਹੁੰਦਾ ਆ, ਸਿੰਪਲ ਟੂ ਕੰਪਲੈਕਸ। ਇੱਦਾਂ ਨਹੀਂ ਹੈਗਾ ਕਿ ਕੋਈ ਸਿੱਧਾ ਹੀ ਸਟਾਰਟਿੰਗ ਦੇ ਵਿੱਚ ਕਿਸੇ ਚੈਪਟਰ ਦੇ ਵਿੱਚ ਬਹੁਤ ਜ਼ਿਆਦਾ ਕੰਪਲੈਕਸ ਸਮ ਸ਼ੁਰੂ ਹੋ ਗਏ ਜਾਂ ਕੁਐਸਚਨ ਸ਼ੁਰੂ ਹੋ ਗਏ। ਸੋ ਬੜੇ ਤਰੀਕੇ ਦੇ ਨਾਲ ਜਿਹੜੀ ਹੈ ਸੀਕੁਐਂਸ ਵਾਈਜ਼ ਜਿਹੜੀ ਹੈ ਬਣਾਈ ਹੁੰਦੀ ਹੈ ਟੈਕਸਟ ਬੁੱਕ ਮੈਥਡ, ਠੀਕ ਹੈ। ਸੋ ਉਹਦਾ ਮਤਲਬ ਇਹੀ ਹੁੰਦਾ ਕਿ ਬੱਚਿਆਂ ਨੂੰ ਬੜੇ ਇੱਕ ਵਧੀਆ ਤਰੀਕੇ ਦੇ ਨਾਲ ਸਿੰਪਲ ਟੂ ਕੰਪਲੈਕਸ ਵੱਲ ਜਾਂਦੇ ਹੋਏ ਬੱਚਿਆਂ ਨੂੰ ਪੜ੍ਹਾਉਣਾ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਲੈਕਚਰ ਮੈਥਡ, ਜਿਹਨੂੰ ਟਰਡੀਸ਼ਨਲ ਜਾਂ ਚੌਕ ਐਂਡ ਟਾਕ ਮੈਥਡ ਵੀ ਕਹਿ ਦਿੰਦੇ, ਠੀਕ ਹੈ। ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਰਿਸ਼ੀ ਮੁਨੀ ਪੜ੍ਹਾਇਆ ਕਰਦੇ ਸੀਗੇ, ਹੈ ਨਾ, ਉਸ ਟਾਈਮ ਉਹ ਲੈਕਚਰ ਮੈਥਡ ਹੀ ਜਿਹੜਾ ਉਹ ਹੁੰਦਾ ਸੀ, ਠੀਕ ਹੈ। ਸੋ ਇਹਨੂੰ ਟਰਡੀਸ਼ਨਲ ਮੈਥਡ ਐਂਡ ਚੌਕ ਐਂਡ ਟਾਕ ਵੀ ਕਹਿ ਦਿੰਦੇ ਆ, ਜਿਹਦੇ ਵਿੱਚ ਟੀਚਰ ਸੈਂਟਰਡ ਮੈਥਡ ਹੁੰਦਾ ਆ। ਮੇਨ ਟੀਚਰ ਹੁੰਦਾ ਆ ਜਿਹਨੇ ਸਿਰਫ ਆਪਣਾ ਲੈਕਚਰ ਦੇਣਾ ਹੁੰਦਾ ਆ, ਠੀਕ ਹੈ। ਸਿਸਟਮੈਟਿਕ ਹੁੰਦਾ ਆ, ਲੌਜੀਕਲ ਹੁੰਦਾ ਅਤੇ ਇੰਪ੍ਰੈਸਿਵ ਹੁੰਦਾ। ਕਈ ਵਾਰੀ ਇਹ ਥੋੜ੍ਹਾ ਜਿਹਾ ਬੋਰਿੰਗ ਇਸ ਨੂੰ ਜਿਹੜਾ ਆ ਮੰਨ ਲਿਆ ਜਾਂਦਾ, ਕਿਉਂਕਿ ਇਹਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹ ਪੈਸਿਵ ਹੁੰਦੇ। ਸਟੂਡੈਂਟ ਕੀ ਹੁੰਦੇ ਨੇ? ਸਟੂਡੈਂਟ ਪੈਸਿਵ ਹੁੰਦੇ ਨੇ। ਸੋ ਇਸੇ ਕਰਕੇ ਉਹਨਾਂ ਦੀ ਇਨਵੋਲਵਮੈਂਟ ਇੰਨੀ ਨਹੀਂ ਹੁੰਦੀ, ਕਿਉਂਕਿ ਸਿਰਫ ਜਿਹੜਾ ਲੈਕਚਰ ਉਹ ਟੀਚਰ ਨੇ ਦੇਣਾ ਹੁੰਦਾ ਹੈ। ਸੋ ਕਈ ਵਾਰ ਸਟੂਡੈਂਟ ਜਿਹੜੇ ਆ ਉਹ ਬੋਰ ਹੋ ਜਾਂਦੇ ਆ, ਠੀਕ ਹੈ। ਪਰ ਇਹ ਕਾਫੀ ਜਿਹੜਾ ਆ ਇਫੈਕਟਿਵ ਜਿਹੜਾ ਆ ਮੈਥਡ ਆ, ਠੀਕ ਹੈ ਜੀ। ਸੋ ਅਗਲਾ ਹੈਗਾ ਜੀ ਡੈਮੋਨਸਟ੍ਰੇਸ਼ਨ ਮਤਲਬ ਕੀ ਹੁੰਦਾ ਆ? ਪ੍ਰਦਰਸ਼ਨ, ਠੀਕ ਹੈ। ਡੈਮੋਨਸਟ੍ਰੇਟ ਕਰਕੇ ਦਿਖਾਉਣਾ। ਐਗਜ਼ਾਮਪਲ ਨਾਲ ਅਸੀਂ ਸਮਝ ਸਕਦੇ ਹਾਂ ਕਿ ਸੋਲਰ ਸਿਸਟਮ ਕੈਨ ਬੀ ਐਕਸਪਲੇਨ ਥਰੂ ਡੈਮੋਨਸਟ੍ਰੇਸ਼ਨ ਮੈਥਡ ਬਾਈ ਸ਼ੋਇੰਗ ਮੋਡਲਸ। ਅਗਰ ਅਸੀਂ ਹੁਣ ਸੋਲਰ ਸਿਸਟਮ ਦੇ ਬਾਰੇ ਜਾਣਕਾਰੀ ਦੇਣੀ ਹੈ, ਠੀਕ ਹੈ, ਤਾਂ ਅਸੀਂ ਡੈਮੋਨਸਟ੍ਰੇਟ ਕਰਕੇ ਅਗਰ ਉਸਨੂੰ ਸਮਝਾਵਾਂਗੇ ਤਾਂ ਬਹੁਤ ਵਧੀਆ ਅਸੀਂ ਸਮਝਾ ਸਕਦੇ ਹਾਂ, ਲਾਈਕ ਮੋਡਲਸ ਦੇ ਨਾਲ, ਠੀਕ ਹੈ। ਸੋ ਇਹਨੂੰ ਡੈਮੋਨਸਟ੍ਰੇਸ਼ਨ ਮੈਥਡ ਕਹਿੰਦੇ ਨੇ, ਜਿਹਦੇ ਵਿੱਚ ਅਸੀਂ ਪ੍ਰਦਰਸ਼ਨ ਕਰਦੇ ਹਾਂ, ਹੈ ਨਾ, ਮਤਲਬ ਪ੍ਰੋਪਰ ਐਕਸਪਲੇਨ ਕਰਦੇ ਹਾਂ, ਸ਼ੋਅ ਕਰਦੇ ਹਾਂ। ਟਿਊਟੋਰੀਅਲ ਮੈਥਡ ਆ ਜਾਂਦਾ ਮੇਕਿੰਗ ਗਰੁੱਪਸ। ਇਹਦੇ ਵਿੱਚ ਕੀ ਕਰ, ਜਿਵੇਂ ਟਿਊਟੋਰੀਅਲ ਆਪਾਂ ਦੇਖਦੇ ਹਾਂ ਕਿ ਅਸੀਂ ਕੋਈ ਕੰਮ ਸਿੱਖਣਾ ਆ, ਅਗਰ ਅਸੀਂ ਕੋਈ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਲੈਣੀ ਹੈ ਜਾਂ ਕੁਝ ਸਿੱਖਣਾ ਹੈ ਨਾ, ਅਤੇ ਆਪਾਂ YouTube 'ਤੇ ਟਿਊਟੋਰੀਅਲਸ ਦੇਖਦੇ ਹਾਂ, ਠੀਕ ਹੈ ਨਾ। ਸੋ ਇਹਦੇ ਵਿੱਚ ਵੀ ਕੁਛ ਇੱਦਾਂ ਦਾ ਹੀ ਹੁੰਦਾ ਕਿ ਇਹਦੇ ਵਿੱਚ ਗਰੁੱਪ ਬਣਾਏ ਜਾਂਦੇ ਆ, ਹੋਮੋਜੀਨਸ ਗਰੁੱਪ ਬਣਾਏ ਜਾਂਦੇ ਆ ਇਕੱਠੇ, ਜਿਨ੍ਹਾਂ ਦਾ ਇੱਕੋ ਇੰਟਰਸਟ ਹੋਵੇ, ਅਤੇ ਹੈਟਰੋਜੀਨਸ ਹੁੰਦਾ ਜਿਹਨਾਂ ਦੇ ਅਲੱਗ ਇੰਟਰਸਟ ਹੋਵੇ। ਸੋ ਇੱਦਾਂ ਦੇ ਗਰੁੱਪਸ ਜਿਹੜੇ ਆ ਟਿਊਟੋਰੀਅਲ ਮੈਥਡ ਦੇ ਵਿੱਚ ਜਿਹੜੇ ਉਹ ਬਣਾਏ ਜਾਂਦੇ, ਠੀਕ ਹੈ। ਕੁਐਸਚਨ ਆਨਸਰ ਮੈਥਡ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਨਾ। ਇਹ ਸੋਕਰੇਟ ਮੈਥਡ ਆ, ਜਿਹਨੂੰ ਸੁਕਰਾਤ ਕਹਿੰਦੇ ਆਪਾਂ, ਠੀਕ ਹੈ। ਉਹਨੇ ਹੀ ਇਹ ਮੈਥਡ ਦਾ ਜਿਹੜਾ ਕਿਹਾ ਸੀਗਾ ਕਿ ਜਿਹੜੇ ਕੁਐਸਚਨ ਆਨਸਰ ਜਿਹੜੇ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਕੁਐਸਚਨ ਆਨਸਰ ਕਿਸੇ ਤਰ੍ਹਾਂ ਵੀ ਹੋ ਸਕਦੇ ਆ, ਸਟੂਡੈਂਟ ਟੀਚਰ ਦੇ ਵਿੱਚ ਵੀ ਹੋ ਸਕਦੇ ਆ, ਠੀਕ ਹੈ, ਔਰ ਸਟੂਡੈਂਟਸ ਦੇ ਵਿੱਚ ਵੀ ਹੋ ਸਕਦੇ ਆ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਡਿਸਕਸ਼ਨ ਮੈਥਡ ਹੁੰਦਾ ਹੈ ਕਿ ਓਪਨ ਐਂਡਡ ਕੁਐਸਚਨਸ,
ਠੀਕ ਹੈ। ਓਪਨ ਐਂਡਡ ਕੁਐਸਚਨ ਹੁੰਦੇ ਨੇ, ਠੀਕ ਹੈ। ਡਿਸਕਸ਼ਨ ਬਿਟਵੀਨ ਟੀਚਰ ਐਂਡ ਸਟੂਡੈਂਟ ਔਰ ਸਟੂਡੈਂਟ ਦੇ ਵਿੱਚ ਹੋ ਸਕਦਾ ਹੈ। ਲਿਸਨ ਮੋਰ, ਇਹਦੇ ਵਿੱਚ ਜ਼ਿਆਦਾ ਸੁਣਨਾ ਹੁੰਦਾ ਹੈ, ਠੀਕ ਹੈ। ਇਹਦੇ ਵਿੱਚ ਡਿਸਕਸ਼ਨ ਹੁੰਦਾ ਆ, ਹਾਂ, ਠੀਕ ਹੈ। ਕਲੋਜ਼ ਐਂਡਡ ਨਹੀਂ ਹੁੰਦਾ, ਓਪਨ ਐਂਡਡ ਹੁੰਦਾ, ਕਿਤੋਂ ਵੀ ਕੁਐਸਚਨ ਪੁੱਛ ਲਏ ਜਾ ਸਕਦੇ ਆ, ਕਿਸੇ ਤਰ੍ਹਾਂ ਵੀ ਕੋਈ ਵੀ ਡਿਸਕਸ਼ਨ ਸ਼ੁਰੂ ਹੋ ਸਕਦੀ ਹੈ, ਠੀਕ ਹੈ। ਤਾਂ ਮਤਲਬ ਬੈਠ ਕੇ ਪ੍ਰੋਪਰ ਡਿਸਕਸ ਕਰਦੇ ਹਾਂ ਆਪਾਂ, ਠੀਕ, ਕਿਸੇ ਪ੍ਰੋਬਲਮ ਨੂੰ ਡਿਸਕਸ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਹੋਰਿਸਟਿਕ ਮੈਥਡ। ਦੇਖੋ ਇਹ ਇੰਪੋਰਟੈਂਟ ਆ, ਇਹ ਕੁਐਸਚਨ ਜਿਹੜਾ ਉਹ ਪਿਛਲੀ ਵਾਰ ਵੀ 2000 ਮੈਂ ਅਗਰ ਗਲਤ ਨਾ ਹੋਵਾਂ ਤਾਂ 21 ਦੇ ਵਿੱਚ ਜਿਹੜਾ ਆ ਸ਼ਾਇਦ ਕੁਐਸਚਨ ਇਹ ਪੁੱਛਿਆ ਗਿਆ ਸੀ, ਪ੍ਰੀਵੀਅਸ 'ਚ ਪੁੱਛਿਆ ਜਾਂਦਾ। ਹੋਰਿਸਟਿਕ ਮੈਥਡ ਦਾ ਜਿਹੜਾ ਇਜਾਦ ਉਹ ਕਿਹਨੇ ਕੀਤਾ ਸੀ? HE ਆਰਮਸਟਰੋਂਗ ਨੇ ਜਿਹੜਾ ਇਹ ਮੈਥਡ ਬਣਾਇਆ ਸੀ, ਠੀਕ ਹੈ। ਜਿਹਦੇ ਵਿੱਚ ਕੀ ਸੀਗਾ ਕਿ ਪ੍ਰੋਬਲਮ ਪੋਜ਼ਿੰਗ, ਮਤਲਬ ਕਿ ਪ੍ਰੋਬਲਮ ਬੱਚਿਆਂ ਨੂੰ ਪ੍ਰਜੈਂਟ ਕੀਤੀ ਜਾਂਦੀ ਆ, ਫਿਰ ਹਾਈਪੋਥੀਸਿਸ ਯੂਜ਼ਡ ਕੀਤਾ ਜਾਂਦਾ ਹੈ, ਇੱਕ ਟੈਂਟੇਟਿਵ ਇੱਕ ਰਿਜ਼ਲਟ ਸ਼ੋਅ ਕੀਤਾ ਜਾਂਦਾ ਆ, ਠੀਕ ਹੈ। ਪੋਲਨ ਐਂਡ ਡੰਕਰ ਨੇ ਇਸ ਮੈਥਡ ਨੂੰ ਪ੍ਰੋਬਲਮ ਸੋਲਵਿੰਗ ਮੈਥਡ ਵੀ ਕਿਹਾ ਆ, ਠੀਕ ਹੈ ਜੀ। ਸੋ ਯਾਦ ਰੱਖਣਾ, ਹੋਰਿਸਟਿਕ ਮੈਥਡ ਕਿਹਨੇ ਯਾਦ ਕੀਤਾ? HE ਆਰਮਸਟਰੋਂਗ ਨੇ, ਠੀਕ ਹੈ। ਸੋ ਅਗਰ ਇਹਦੇ ਮੈਂ ਥੋੜ੍ਹੀਆਂ ਟ੍ਰਿਕਸ ਵੀ ਨਾਲ ਅਗਰ ਤੁਹਾਨੂੰ ਯਾਦ ਕਰਨ ਵਾਲੀਆਂ ਦੱਸਾਂ ਤਾਂ ਮੈਂ ਦੱਸਾਂਗਾ। ਦੇਖੋ ਹੋਰਿਸਟਿਕ ਦਾ H ਔਰ ਇਹਦਾ ਵੀ H, ਠੀਕ ਹੈ। ਤੁਸੀਂ ਯਾਦ ਰੱਖ ਸਕਦੇ ਹੋ ਕਿ ਹੋਰਿਸਟਿਕ ਤੋਂ H ਤੋਂ ਯਾਦ ਰੱਖ ਸਕਦੇ HE ਆਰਮਸਟਰੋਂਗ, ਠੀਕ ਹੈ। ਬਹੁਤ ਘੱਟ ਹੁੰਦਾ ਕਿ ਕਈ ਵਾਰ ਤੁਹਾਨੂੰ ਸਿਰਫ ਸ਼ਾਰਟ ਲਾਸਟ ਨੇਮ ਹੀ ਦੱਸਿਆ ਜਾਵੇ, ਕਈ ਵਾਰ ਪੂਰਾ ਨਾਮ ਦੱਸਿਆ ਜਾਂਦਾ। ਸੋ ਤੁਸੀਂ ਹੋਰਿਸਟਿਕ ਦੇ H ਤੋਂ ਔਰ ਨਾਮ ਦੇ H ਤੋਂ ਤੁਸੀਂ ਯਾਦ ਰੱਖ ਸਕਦੇ ਹੋ। ਇਸ ਤੋਂ ਬਾਅਦ ਆ ਜਾਂਦਾ ਜੀ ਪ੍ਰੋਜੈਕਟ ਮੈਥਡ। ਇਹ ਵੀ ਇੰਪੋਰਟੈਂਟ ਆ। ਪ੍ਰੋਜੈਕਟ ਮੈਥਡ ਦਾ ਕਿਹਨੇ ਯਾਦ ਕੀਤਾ ਸੀ? WH ਕਿਲਪੈਟਰਿਕ ਨੇ, ਠੀਕ ਹੈ। ਸੋ ਇਹ ਤੁਸੀਂ ਯਾਦ ਰੱਖਣਾ ਆ, ਪ੍ਰੋਜੈਕਟ ਮੈਥਡ WH ਕਿਲਪੈਟਰਿਕ ਨੇ, ਠੀਕ ਹੈ। ਇਹ ਚਾਈਲਡ ਸੈਂਟਰ ਸੀਗਾ। ਇਹਦੇ ਵਿੱਚ ਵੀ ਗਰੁੱਪ ਬਣਾਏ ਜਾਂਦੇ ਆ, ਜਿਵੇਂ ਕਿ ਅਸੀਂ ਕਲਾਸ ਦੇ ਵਿੱਚ, ਜਿਵੇਂ ਅਸੀਂ ਜਦੋਂ +1 +2 ਦੇ ਵਿੱਚ ਹੁੰਦੇ ਸੀਗੇ, ਹੈ ਨਾ, ਸਾਨੂੰ ਪ੍ਰੋਜੈਕਟ ਦਿੱਤੇ ਜਾਂਦੇ ਸੀਗੇ, ਗਰੁੱਪ ਬਣਾਏ ਜਾਂਦੇ ਸੀ, ਉਹ ਫਿਰ ਅਸੀਂ ਇੱਕ ਪ੍ਰੋਜੈਕਟ ਤਿਆਰ ਕਰਦੇ ਹੁੰਦੇ ਸੀ, ਹੈ ਨਾ। ਅਤੇ ਉਹਦਾ ਸੋਸ਼ਲੀ ਔਰ ਐਜ਼ ਵੈਲ ਐਜ਼ ਸੈਲਫ ਸਾਡੇ ਲਈ ਵੀ ਆਪਣਾ ਇੱਕ ਯੂਜ਼ ਉਹਦਾ ਹੁੰਦਾ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਡਿਸਕਵਰੀ ਮੈਥਡ। ਡਿਸਕਵਰੀ ਮੈਥਡ ਦੇ ਵਿੱਚ ਚਾਈਲਡ ਸੈਂਟਰਡ ਆ, ਬੱਚੇ ਕੁਛ ਨਾ ਕੁਛ ਡਿਸਕਵਰ ਕਰਦੇ, ਇਨਵੈਂਟ ਕਰਦੇ ਆ, ਇਨਕੁਆਇਰੀ ਬੇਸਡ ਇਹ ਹੁੰਦਾ ਆ, ਠੀਕ ਹੈ। ਉਹ ਤੋਂ ਬਾਅਦ ਆ ਜਾਂਦਾ ਜੀ ਕਿੰਡਰਗਾਰਡਨ ਮੈਥਡ, ਠੀਕ ਹੈ। ਕਿੰਡਰਗਾਰਡਨ ਵਿਚ ਪੁਆਇੰਟਸ ਟੂਵਰਡਸ ਅ ਚਾਈਲਡ ਗਾਰਡਨ ਏਮਸ ਟੂ ਐਸਟੈਬਲਿਸ਼ ਦਾ ਕੰਸੈਪਟ ਆਫ ਚਿਲਡਰਨ ਬੀਇੰਗ ਇਨ ਅ ਗਾਰਡਨ ਵੇਅਰ ਟੀਚਰਸ ਟੈਂਡ ਟੂ ਦੈਮ ਐਜ਼ ਅ ਗਾਰਡਨਰਸ, ਠੀਕ ਹੈ। ਇਹਦਾ ਜਿਹੜਾ ਇਜਾਦ ਕੀਤਾ ਸੀ ਉਹ ਫਰੈਡਰਿਕ ਫਰੋਬਲ ਨੇ ਕੀਤਾ ਸੀ, ਜੋ ਜਰਮਨੀ ਤੋਂ ਸੀ। ਕਿੰਡਰਗਾਰਡਨ ਮੈਥਡ ਬਹੁਤ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ, ਠੀਕ ਹੈ। ਸਭ ਤੋਂ ਛੋਟੇ ਜਿਹੜੇ ਬੱਚੇ ਆ ਉਹਨਾਂ ਨੂੰ ਪਹਿਲਾਂ ਕਿੰਡਰਗਾਰਡਨ 'ਚ ਹੀ ਭੇਜਿਆ ਜਾਂਦਾ ਆ, ਜਿਹਦੇ ਵਿੱਚ ਉਹ ਐਜ਼ ਅ ਨੈਚੁਰਲੀ ਜਿਹੜਾ ਉਹ ਸਿੱਖਦੇ ਆ, ਕੋਈ ਬੁੱਕਸ ਨਹੀਂ ਹੁੰਦੀਆਂ, ਠੀਕ ਹੈ। ਅਤੇ ਬੱਚੇ ਜਿਹੜੇ ਨੈਚੁਰਲੀ ਸਿੱਖਦੇ ਆ, ਅਤੇ ਟੀਚਰ ਜਿਹੜੇ ਹੁੰਦੇ ਉਹ ਐਜ਼ ਅ ਗਾਰਡਨਰ ਹੁੰਦੇ ਆ, ਠੀਕ ਹੈ। ਬੱਚੇ ਅਸੀਂ ਸਮਝ ਲਈਏ ਫੁੱਲ ਨੇ ਗਾਰਡਨ ਦੇ, ਅਤੇ ਜਿਹੜੇ ਟੀਚਰ ਨੇ ਉਹ ਮਾਲੀ ਨੇ, ਠੀਕ ਹੈ। ਤਾਂ ਉਹ ਬੱਚਿਆਂ ਨਾਲ ਇੱਦਾਂ ਹੀ ਜਸਟ ਇੰਟਰੈਕਟ ਕਰਦੇ ਆ, ਠੀਕ ਹੈ। ਮੋਂਟੈਸਰੀ ਮੈਥਡ ਆਉਂਦਾ ਹੈ, ਇਹਦਾ ਜਿਹੜਾ ਇਜਾਦ ਕੀਤਾ ਸੀ ਡਾਕਟਰ ਮਾਰੀਆ ਮੋਂਟੈਸਰੀ ਨੇ, ਠੀਕ ਹੈ। ਮੈਥਡ ਆਫ ਐਜੂਕੇਸ਼ਨ ਇਨਵੋਲਵਸ ਚਿਲਡਰਨਸ ਨੈਚੁਰਲ ਇੰਟਰਸਟ ਐਂਡ ਐਕਟੀਵਿਟੀਜ਼ ਰੈਦਰ ਦੈਨ ਫਰੋਮ ਫਾਰਮਲ ਟੀਚਿੰਗ ਮੈਥਡ। ਇਹਦੇ ਵਿੱਚ ਵੀ ਇੱਦਾਂ ਹੀ ਸੀਗਾ ਕਿ ਬੱਚਿਆਂ ਨੂੰ ਨੈਚੁਰਲੀ ਜਿਹੜੇ ਬੱਚਿਆਂ ਦੇ ਇੰਟਰਸਟਸ ਆ, ਹੈ ਨਾ, ਉਹ ਇਨਵੋਲਵ ਹੁੰਦੇ ਸੀ, ਉਹਨਾਂ ਦੇ ਰਿਲੇਟਿਡ ਹੀ ਬੱਚਿਆਂ ਨੂੰ ਕਰਵਾਇਆ ਜਾਂਦਾ ਸੀ। ਐਕਟੀਵਿਟੀਜ਼ ਹੁੰਦੀਆਂ ਆ, ਠੀਕ ਹੈ। ਬੱਚਿਆਂ ਨੂੰ ਕੋਈ ਵੀ ਫਾਰਮਲ ਤਰੀਕੇ ਨਾਲ ਮੈਥਡ ਨਾਲ ਨਹੀਂ ਪੜ੍ਹਾਇਆ ਜਾਂਦਾ, ਠੀਕ ਹੈ। ਇਸ ਤੋਂ ਬਾਅਦ ਆ ਜਾਂਦਾ ਜੀ ਡੈਲਟਨ ਮੈਥਡ। ਇਹ ਕਿਹਨੇ ਕੀਤਾ ਸੀਗਾ ਜੀ? ਹੈਲਨ ਪਾਰਕਹਰਸਟ ਨੇ, ਠੀਕ ਹੈ। ਇਹ ਕੀ ਆਲਸੋ ਨੋਨ ਐਜ਼, ਇਹਨੂੰ ਲੈਬੋਰਟਰੀ ਮੈਥਡ ਵੀ ਕਹਿੰਦੇ ਆ। ਇਹ ਜਿਹਦੇ ਵਿੱਚ ਕੀ ਹੁੰਦਾ ਆ ਕਿ ਕੋਈ ਵੀ ਤੁਹਾਡੇ ਕੋਲ ਕੋਈ ਕੰਮ ਆ, ਠੀਕ ਹੈ, ਉਹ ਕੰਮ ਨੂੰ ਕੀ ਕੀਤਾ ਜਾਂਦਾ ਹੈ ਕਿ ਕੁਛ ਹਿੱਸਿਆਂ ਦੇ ਵਿੱਚ ਜਿਹੜਾ ਉਹਨੂੰ ਡਿਵਾਈਡ ਕਰ ਦਿੱਤਾ ਜਾਂਦਾ, ਠੀਕ ਹੈ। ਇਹਨੂੰ ਲੈਬੋਰਟਰੀ ਮੈਥਡ ਵੀ ਆਪਾਂ ਕਹਿ ਦਿੰਦੇ, ਠੀਕ ਹੈ। ਹੈਲਨ ਪਾਰਕਹਰਸਟ ਨੇ ਇਹਦਾ ਜਿਹੜਾ ਇਜਾਦ ਕੀਤਾ ਸੀ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਐਨਾਲਾਈਸਿਸ ਔਰ ਸਿੰਥਸਿਸ ਮੈਥਡ। ਐਨਾਲਾਈਸ 'ਚ ਆਪਾਂ ਕੀ ਕਰਦੇ ਹਾਂ? ਐਨਾਲਿਸਿਸ ਮੈਥਡ ਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਕੋਈ ਵੀ ਸਾਨੂੰ ਪ੍ਰੋਬਲਮ ਸਾਨੂੰ ਦਿੱਤੀ ਹੁੰਦੀ ਹੈ, ਅਸੀਂ ਉਹਨੂੰ ਕੀ ਕਰਦੇ ਹਾਂ, ਉਹਨੂੰ ਤੋੜ ਕੇ ਅਸੀਂ ਸੋਲਿਊਸ਼ਨ ਤੱਕ ਉਹਦੇ ਤੱਕ ਪਹੁੰਚਦੇ ਹਾਂ। ਅਤੇ ਉਸ ਤੋਂ ਬਾਅਦ ਆ ਜਾਂਦਾ ਸਿੰਥਸਿਸ ਮੈਥਡ। ਸਿੰਥਸਿਸ ਦੇ ਵਿੱਚ ਕੀ ਹੁੰਦਾ ਕਿ ਅਸੀਂ ਚੀਜ਼ਾਂ ਨੂੰ ਜੋੜਦੇ ਹਾਂ, ਠੀਕ ਹੈ। ਐਨਾਲਾਈਸਿਸ ਦੇ ਵਿੱਚ ਅਸੀਂ ਤੋੜਦੇ ਹਾਂ ਚੀਜ਼ਾਂ ਨੂੰ, ਸਿੰਥਸਿਸ ਦੇ ਵਿੱਚ ਅਸੀਂ ਜਿਹੜੀਆਂ ਆ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲੱਗੇ ਅਸੀਂ ਸਾਰੀਆਂ ਨੂੰ ਇਕੱਠਾ ਕਰਕੇ ਅਸੀਂ ਉਸਨੂੰ ਸੋਲਵ ਕਰਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਪ੍ਰੋਬਲਮ ਸੋਲਵਿੰਗ ਮੈਥਡ। ਇਹਦੇ ਵਿੱਚ ਵੀ ਜਿਵੇਂ ਪਹਿਲਾਂ ਗੱਲ ਕੀਤੀ ਕਿ ਪੋਜ਼ਿੰਗ ਕੀਤੀ ਜਾਂਦੀ ਆ ਪ੍ਰੋਬਲਮ, ਠੀਕ ਹੈ। ਕੋਈ ਪ੍ਰੋਬਲਮ ਬੱਚਿਆਂ ਅੱਗੇ ਦਿੱਤੀ ਜਾਂਦੀ ਆ, ਫਿਰ ਬੱਚੇ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ। ਉਸ ਤੋਂ ਬਾਅਦ ਆ ਜਾਂਦਾ ਜੀ ਡਰਿਲ ਮੈਥਡ। ਡਰਿਲ ਮੈਥਡ ਕੀ ਹੁੰਦਾ ਕਿ ਡੂ ਪ੍ਰੈਕਟਿਸ ਮੋਰ।
ਇਹਦੇ ਵਿੱਚ ਪ੍ਰੈਕਟਿਸ 'ਤੇ ਜਿਹੜਾ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਆ, ਠੀਕ ਹੈ। ਮਤਲਬ ਬੱਚੇ ਕਹਿੰਦੇ ਜਿਵੇਂ ਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਪ੍ਰੈਕਟਿਸ 'ਤੇ ਜਿਹੜਾ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ, ਠੀਕ ਹੈ। ਬ੍ਰੇਨਸਟੋਰਮਿੰਗ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਆ, ਕੁਐਸਚਨ ਪੁੱਛਿਆ ਜਾਂਦਾ ਹੈ, ਠੀਕ ਹੈ। ਬ੍ਰੇਨਸਟੋਰਮਿੰਗ ਕੀ ਹੁੰਦੀ ਆ, ਠੀਕ ਹੈ। ਇਹ ਹੁੰਦਾ ਆ ਸਟੋਰਮਸ ਆਫ ਥੋਟ, ਠੀਕ ਹੈ। ਮਤਲਬ ਸਾਡੇ ਖਿਆਲਾਂ ਦਾ, ਥੋਟਸ ਦਾ ਜਿਹੜਾ ਤੂਫਾਨ, ਠੀਕ ਹੈ। ਬੱਚਿਆਂ ਨੂੰ ਕੁਛ ਇੱਦਾਂ ਦੀ ਸਿਚੁਏਸ਼ਨ ਦਿੱਤੀ ਜਾਂਦੀ ਆ ਅਤੇ ਫਿਰ ਉਸ ਸਿਚੁਏਸ਼ਨ 'ਤੇ ਬੱਚੇ ਸੋਚਦੇ ਨੇ, ਉਹਨਾਂ ਦੇ ਜੋ ਵੀ ਮਨ ਦੇ ਵਿੱਚ ਆਈਡੀਆਜ਼ ਆਉਂਦੇ ਨੇ, ਉਹ ਤੂਫਾਨ ਹੁੰਦਾ ਆ, ਸਟੋਰਮਸ ਆਫ ਥੋਟ, ਠੀਕ ਹੈ। ਤਾਂ ਮਤਲਬ ਇਹ ਜਿਹੜਾ ਕੁਐਸਚਨ ਹੈ ਜਿਹੜਾ ਇੰਪੋਰਟੈਂਟ ਆ, ਬ੍ਰੇਨਸਟੋਰਮਿੰਗ ਕਈ ਵਾਰ ਪੁੱਛ ਲਿਆ ਜਾਂਦਾ। ਅਤੇ ਐਲੈਕਸ ਔਸਬੋਰਨ ਜਿਨ੍ਹਾਂ ਨੇ ਇਹਦੇ ਬਾਰੇ ਪਹਿਲੀ ਵਾਰ ਗੱਲ ਕੀਤੀ ਜਾਂ ਟਰਮ ਯੂਜ਼ ਕੀਤੀ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਪਲੇਵੇ ਮੈਥਡ, ਫਰੈਡਰਿਕ ਫਰੋਬਲ ਨੇ, ਠੀਕ ਹੈ, ਜਿਹਦੇ ਵਿੱਚ ਬੱਚਿਆਂ ਨੂੰ ਐਕਟੀਵਿਟੀਜ਼ ਦੇ ਥਰੂ ਹੀ ਪੜ੍ਹਾਇਆ ਜਾਂਦਾ ਆ, ਠੀਕ ਹੈ। ਕੋਈ ਫਾਰਮਲ ਟੀਚਿੰਗ ਮੈਥਡ ਨਹੀਂ ਯੂਜ਼ ਹੁੰਦਾ, ਕਿਤਾਬਾਂ ਨਹੀਂ ਯੂਜ਼ ਹੁੰਦੀਆਂ। ਅਤੇ ਲਾਸਟ ਦੇ ਵਿੱਚ ਆਉਂਦਾ ਇੱਕ ਰੋਲ ਪਲੇ ਮੈਥਡ, ਠੀਕ ਹੈ, ਜਿਹਨੂੰ ਡਰਾਮੇਟਾਈਜੇਸ਼ਨ ਵੀ ਕਹਿੰਦੇ ਆ, ਠੀਕ ਹੈ। ਬੱਚਿਆਂ ਨੂੰ ਐਕਟ ਕਰਕੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਆ, ਠੀਕ ਹੈ। ਸੋ JL ਮੋਰੀਨੋ ਜਿਹੜਾ ਆ, ਇਹਨਾਂ ਨੇ ਇਸ ਦੇ ਬਾਰੇ ਪਹਿਲੀ ਵਾਰੀ ਗੱਲ ਕੀਤੀ, ਜਾਂ ਆਪਾਂ ਕਹਿ ਸਕਦੇ ਹਾਂ ਇਜਾਦ ਕੀਤਾ, ਠੀਕ ਹੈ। ਸੋ ਇਹ ਕੁਛ ਮੈਥਡਸ ਸੀਗੇ, ਠੀਕ ਹੈ। ਉਮੀਦ ਹੈ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਕਈ ਵਾਰ ਇਹਦੇ ਵਿੱਚੋਂ ਪੁੱਛ ਲਿਆ ਜਾਂਦਾ। ਸੋ ਸਾਨੂੰ ਜਿਹੜੇ ਮੈਥਡਸ ਨੇ ਲਰਨਿੰਗ ਦੇ, ਉਹ ਬਹੁਤ ਇੰਪੋਰਟੈਂਟ ਹੁੰਦੇ ਨੇ, ਕਿਉਂਕਿ ਅਗਰ ਕਿਸੇ ਨੂੰ ਅਸੀਂ ਪੜ੍ਹਾਉਣਾ ਆ, ਅਸੀਂ ਵੀ ਅੱਗੇ ਜਾ ਕੇ ਪੜ੍ਹਾਉਣਾ ਆ, ਅਤੇ ਜਿਹੜੇ ਮੈਥਡਸ ਆ ਉਹ ਬੜੇ ਯੂਜ਼ ਹੁੰਦੇ ਆ, ਹੈ ਨਾ, ਸਾਨੂੰ ਪਤਾ ਹੋਣਾ ਚਾਹੀਦਾ ਆ। ਅਤੇ ਉਮੀਦ ਹੈ ਤੁਹਾਨੂੰ ਵੀਡੀਓ ਜਿਹੜੀ ਹੈ ਵਧੀਆ ਲੱਗੀ ਹੋਏਗੀ। ਜਿਨ੍ਹਾਂ ਨੇ ਲਾਈਕ ਨਹੀਂ ਕੀਤੀ ਵੀਡੀਓ, ਲਾਈਕ ਜ਼ਰੂਰ ਕਰ ਦਿਓ। ਅਗਰ ਕਿਸੇ ਨੂੰ ਵੀਡੀਓ ਤੁਸੀਂ ਡਿਸਲਾਈਕ ਵੀ ਕਰ ਸਕਦੇ ਆ, ਠੀਕ ਹੈ। ਅਗਰ ਤੁਹਾਨੂੰ ਕੋਈ ਵੀਡੀਓ ਇਹ ਚੰਗੀ ਨਹੀਂ ਲੱਗੀ ਤਾਂ ਤੁਸੀਂ ਕਮੈਂਟ ਦੇ ਵਿੱਚ ਆਪਣਾ ਸੁਜੈਸ਼ਨ ਵੀ ਦੇ ਸਕਦੇ ਆ, ਅਸੀਂ ਅਗਲੀ ਵਾਰੀ ਉਸ ਨੂੰ ਇਮਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।